गौड़ी 184 जी जोन में प्रमत नंद बोथा कोरे भगत हेत अवतार लियो है भाग बढ़ो बपुरा कोरे। तुम जो कहत हो नंद को नंदन नंद सो नंदन का कोरे। तरन आकाश दसो दिस नाही तब ए नंद कहाँ थोरे। रहाओ संकट नहीं परे जोन नहीं आवे नाम निरंजन जा कोरे। कबीर को स्वामी ऐसो ठाकुर जाके माई न बापोरे। वाहिगुरु जी का खालसा वाहिगुरु जी की फतेह। सब तो पहला इस शब्द की विचार करन लगे गौड़ी दे थले एक छोटा जिहा 5 ਅੱਖਰ पिया होया। इस अंक ਵੱਲ ਵੇਖ के कई प्रेमी पुछते ने इसका की मतलब है। तो जो टीकाकार जी ने लिखा है कि लफ्ज गौड़ी दे हेठ छोटा अंक 5 दसदा है कि इस शब्द समेत अगाह कबीर जी दे 5 शब्द हैं। हुण असीं शब्द की विचार ਵੱਲ ध्यान दईए। कई शब्द हैं जिन्हां दी उथानका बारे संप्रदायी ज्ञानियां ने लिखिया कि कबीर जी राम का नाम जपते सन ते कबीर जी दे दर्शन करन लई मथुरा तो एक भगत आया जिहड़ा कृष्ण जी का उपासक सी। कबीर जी नूं कहन लगा तुसी राम राम दी बजाए कृष्ण जी जपिया करो। राम जी ते दशरथ दे बेटे सन। ये गल बहुत सारे लोगों के भुलेखे विच है। असी नहीं कहते कि कोई माड़ा है या चंगा है, क्योंकि गुरमत तां इस उलझन विच पैंदी नहीं। गुरमत तां उस रमैये दी सिमरन करन दा हुक्म करदी जिहड़ा जरे जरे विच रमिया होए। पर जिहड़े लोग अवतारवाद विच विश्वास रखते हैं, जिहड़ा श्री रामचंद्र जी का उपासक है, वो उन्हां नूं सारियां शक्तियां दा मालक कहंदा। जिहड़ा श्री कृष्ण जी नूं मनण वाला है, वो कहंदा कृष्ण जी वड्डे। असीं इस वड्डे छोटे की उलझन विच नहीं पैंदे, क्योंकि भगत जी नूं ते सारी गल दा पता सी। जदों उस कृष्ण भगत जी ने मथुरा तो आए प्रेमी ने भगत जी उत्ते जोर दिता कि तुसी राम राम दी बजाए कृष्ण जपिया करो, तो श्री कृष्ण जी ने उहदा भुलेखा दूर कीतिया समझाया। आख्या ये दस जिस कृष्ण जी नूं तुसी भगवान कहंदे हो, मैं ते ना दशरथ दे बेटे राम जी का नाम जपदा ते ना नंद ग्वाले दे बेटे कृष्ण जी का नाम जपदा। मैं तो उस रमे होए राम का नाम जपदा। भगत जी की बाणी इन्हां सब गल्लां दे निर्णय करदी। राम राम करता सब को फिर राम न पाया जा। कबीर राम कहन में भेद है ता मैं एक विचार। सोई राम सबे कहें सोई कौतक हार। कबीर राम राम कहो कहबे माहे बबेक।
ਏਕ ਅਨੇਕਾ ਮਿਲ ਗਿਆ, ਏਕ ਸਮਾਨਾ ਏਕ। ਇਸ ਤਰ੍ਹਾਂ ਦੇ ਪਾਵਨ ਸ਼ਲੋਕਾਂ ਸ਼ਬਦਾਂ ਦੀ ਵਿਚਾਰ ਕਰਕੇ ਭਗਤ ਜੀ ਦੀ ਉਸ ਇੱਕ ਰਮੇ ਹੋਏ ਰਾਮ ਦੀ ਉਪਾਸਨਾ ਦਾ ਜੋ ਸਿਧਾਂਤ ਹੈ ਉਹ ਸਾਰੇ ਭਰਮਾਂ ਨੂੰ ਦੂਰ ਕਰ ਦਿੰਦਾ। ਪਰ ਅਸੀਂ ਆਪਣੇ ਇਰਦ ਗਿਰਦ 'ਚ ਦੇਖਦੇ ਹਾਂ ਬਹੁਤ ਸਾਰੇ ਲੋਕ ਹਾਲੀ ਵੀ ਇਹਨਾਂ ਵਿਚਾਰਾਂ ਵਿੱਚ ਹਨ। ਕਿਸੇ ਨਾਲ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਕਿਸੇ ਨਾਲ ਬਹਿਸ ਮਬੈਸਾ ਕਰਨਾ, ਬਾਦ ਵਿਵਾਦ ਕਰਨਾ, ਇਹ ਆਪਣਾ ਸਮਾਂ ਗਵਾਉਣ ਵਾਲੀ ਗੱਲ। ਪਰ ਭਗਤ ਜੀ ਨੇ ਕਿਰਪਾ ਕਰਕੇ ਉਸ ਪ੍ਰੇਮੀ ਦਾ ਸ਼ੰਕਾ ਨਿਵਰਤ ਕੀਤਾ, ਕਿਉਂਕਿ ਕਥਾ ਤੇ ਬਹੁਤ ਲੰਬੀ ਹੈ ਕਿ ਇੱਕ ਸਮੇਂ ਇੱਕ ਰਾਜਾ ਵੀਰ ਸਿੰਘ ਹੋਇਆ। ਉਸ ਨੇ ਆਪਣੀ ਰਾਣੀ ਨੂੰ ਕਿਹਾ ਕਿ ਆਪਾਂ ਵੀ ਤਪੱਸਿਆ ਕਰੀਏ ਤੇ ਜਿਵੇਂ ਰਾਜਾ ਦਸ਼ਰਥ ਦੇ ਘਰ ਸ਼੍ਰੀ ਰਾਮਚੰਦਰ ਜੀ ਨੇ ਜਨਮ ਲਿਆ ਤੇ ਉਹ ਭਾਗਾਂ ਵਾਲੇ ਬਣੇ, ਆਪਾਂ ਵੀ ਆਪਣੇ ਘਰ ਭਗਵਾਨ ਨੂੰ ਸੱਦਾ ਦੇਈਏ, ਸਾਡੇ ਘਰ ਵੀ ਜਨਮ ਲਵੇ। ਤੋ ਕਹਿੰਦੇ ਨੇ ਉਸ ਰਾਜੇ ਰਾਣੀ ਨੇ 12 ਸਾਲ ਤਪੱਸਿਆ ਕੀਤੀ। ਉਹਨਾਂ ਦੀ ਤਪੱਸਿਆ ਤੇ ਪ੍ਰਸੰਨ ਹੋ ਕੇ ਭਗਵਾਨ ਨੇ ਕਿਹਾ, ਮੰਗੋ ਵੀ ਕੀ ਮੰਗਣਾ? ਕਿ ਜੀ ਸਾਡੀ ਇਹ ਮੰਗ ਹੈ। ਕਹਿਣ ਲੱਗੇ ਵੀ ਓਨੀ ਤਪੱਸਿਆ ਤੇ ਤੁਹਾਡੀ ਨਹੀਂ ਜਿਤਨੀ ਰਾਜਾ ਦਸ਼ਰਥ ਦੀ ਸੀ। ਹਾਂ, ਤੁਸੀਂ 12 ਸਾਲ ਤਪ ਕੀਤਾ, ਮੈਂ ਤੁਹਾਡੇ ਘਰ 12 ਸਾਲ ਲਈ ਭਗਵਾਨ ਰੂਪ ਆ ਕੇ ਪੈਦਾ ਹੋਵਾਂਗਾ। ਇਹ ਹਿੰਦੂ ਸ਼ਾਸਤਰਾਂ ਵਿੱਚ, ਗ੍ਰੰਥਾਂ ਵਿੱਚ ਲਿਖਿਆ ਹੋਇਆ। ਅਕਸਰ ਅਸੀਂ ਕ੍ਰਿਸ਼ਨ ਭਗਤਾਂ ਦੇ ਮੂੰਹ ਤੋਂ ਸੁਣਦੇ। ਤੇ ਰਾਜਾ ਕੰਸ ਜੋ ਮਥੁਰਾ ਦਾ ਰਾਜਾ ਸੀ, ਜਿਸ ਨੇ ਰਾਜ ਭਾਗ ਪ੍ਰਾਪਤ ਕਰਨ ਲਈ ਆਪਣੇ ਪਿਤਾ ਉਗਰਸੈਨ ਨੂੰ ਰਾਜ ਗੱਦੀ ਤੋਂ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਆਪ ਰਾਜਾ ਬਣ ਗਿਆ। ਉਸ ਨੇ ਆਪਣੀ ਭੈਣ ਦੇਵਕੀ ਦਾ ਵਿਆਹ ਵਾਸੁਦੇਵ ਜੀ ਨਾਲ ਕੀਤਾ। ਕਹਿੰਦੇ ਨੇ ਰਾਜਾ ਕੰਸ ਨੇ ਜੋਤਸ਼ੀਆਂ ਨੂੰ ਪੁੱਛਿਆ, ਮੇਰੀ ਮੌਤ ਦਾ ਕਾਰਨ ਕਦੋਂ ਤੇ ਕਿਵੇਂ ਬਣੇਗਾ? ਉਹਨਾਂ ਨੇ ਦੱਸਿਆ ਕਿ ਤੇਰੀ ਮੌਤ ਦਾ ਕਾਰਨ ਤੇਰੀ ਭੈਣ ਦੀ ਕੁੱਖੋਂ ਪੈਦਾ ਹੋਵੇਗਾ। ਗੱਲ ਕੀ, ਉਸ ਕੰਸ ਨੇ ਆਪਣੇ ਭੈਣ ਦੇਵਕੀ ਅਤੇ ਉਸਦੇ ਪਤੀ ਵਾਸੁਦੇਵ ਨੂੰ ਮਥੁਰਾ ਦੇ ਅੰਦਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਉਹਨਾਂ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਜਦੋਂ ਸਮਾਂ ਪੂਰਾ ਹੋਣ ਤੇ ਜੋ ਸੰਤਾਨ ਪੈਦਾ ਹੋਵੇ ਮੇਰੀ ਭੈਣ ਦੇ ਘਰ, ਉਹ ਮੈਨੂੰ ਦੱਸਿਆ ਜਾਏ। ਇਸੇ ਤਰ੍ਹਾਂ ਉਸ ਨੇ ਜੋ ਵੀ ਬੱਚਾ ਪੈਦਾ ਹੁੰਦਾ ਉਸ ਨੂੰ ਮਰਵਾ ਦਿੰਦਾ। ਕਿਤਨੇ ਬੱਚੇ ਮਾਰੇ, ਕਿਤਨੇ ਨਹੀਂ ਮਾਰੇ। ਜਦੋਂ ਉਹ ਸਮਾਂ ਆਇਆ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਲੈਣ ਦਾ, ਤਾਂ ਕਹਿੰਦੇ ਨੇ ਵਾਸੁਦੇਵ ਦੇ ਮਿੱਤਰ ਨੰਦ ਗਵਾਲਾ, ਜੋ ਕਿ ਗੋਕਲ ਦੇ ਰਹਿਣ ਵਾਲੇ ਸਨ, ਉਹਨਾਂ ਨਾਲ ਮਿੱਤਰਤਾ ਸੀ। ਵਾਸੁਦੇਵ ਨੇ ਆਪਣੀ ਦਰਦ ਭਰੀ ਪੀੜਾ ਆਪਣੇ ਮਿੱਤਰ ਨੂੰ ਦੱਸੀ ਕਿ ਮੇਰੇ ਨਾਲ ਤੇ ਇਸ ਤਰ੍ਹਾਂ ਬੀਤ ਰਹੀ ਹੈ, ਕਿਉਂਕਿ ਉਸ ਰਾਜਾ ਵੀਰ ਸਿੰਘ ਜੋ ਹੁਣ ਨੰਦ ਦੇ ਨਾਮ ਤੇ ਗਵਾਲਾ ਸੀ, ਉਹਦੇ ਨਾਲ ਵੈਦਾ ਸੀ, ਉਹਦੇ ਘਰ ਲੜਕੀ ਨੇ ਜਨਮ ਲੈਣਾ ਸੀ। ਉਹਨੇ ਆਪਣੇ ਮਿੱਤਰ ਨਾਲ ਮਿੱਤਰਤਾ ਨਿਭਾਈ। ਕਹਿਣ ਲੱਗਾ, ਜੇ ਤੁਸੀਂ ਬੱਚੇ ਨੂੰ ਮੇਰੇ ਕੋਲ ਪਹੁੰਚਾ ਦਿਓ ਤੇ ਜਿਹੜੀ ਬੱਚੀ ਜਾਂ ਬੱਚਾ ਮੇਰੇ ਘਰ ਪੈਦਾ ਹੋਵੇਗਾ ਉਹ ਮੈਂ ਤੈਨੂੰ ਦੇ ਦੇਵਾਂਗਾ। ਇਹ ਸਾਰਾ ਸ਼ਰਧਾਲੂ ਸਮਾਜ ਜਾਣਦਾ ਹੈ। ਮੈਂ ਇਹਦੇ 'ਚ ਬਹੁਤੀ ਉਕਾਈ ਜਾਂ ਵਧਾਈ ਦੀ ਗੱਲ ਨਹੀਂ ਕਰਦਾ। ਕਹਿੰਦੇ ਨੇ ਜਿਸ ਦਿਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ
ਸਾਰੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਗਏ। ਜਿਹੜੇ ਚੌਕੀਦਾਰ ਸਿਪਾਹੀ ਸਨ ਸੰਤਰੀ ਸੌਂ ਗਏ ਤੇ ਵਾਸੁਦੇਵ ਜੀ ਇੱਕ ਟੋਕਰੀ ਵਿੱਚ ਆਪਣੇ ਬੱਚੇ ਨੂੰ ਪਾ ਕੇ ਜਮਨਾ ਨਦੀ ਤੋਂ ਪਾਰ ਗੋਕਲ ਵਿੱਚ ਨੰਦ ਗਵਾਲੇ ਦੇ ਘਰ ਦੇਣ ਲਈ ਗਏ। ਅੱਗੇ ਜਮਨਾ ਬਹੁਤ ਚੜ੍ਹੀ ਹੈ। ਕਹਿੰਦੇ ਨੇ ਜਮਨਾ ਸ਼੍ਰੀ ਕ੍ਰਿਸ਼ਨ ਜੀ ਦੇ ਚਰਨ ਪਰਸਨ ਵਾਸਤੇ ਚੜ੍ਹੀ। ਤੋ ਸ਼੍ਰੀ ਕ੍ਰਿਸ਼ਨ ਜੀ ਨੇ ਇਹ ਸੋਚ ਕੇ ਕਿ ਕਿਧਰੇ ਜਮਨਾ ਮੇਰੇ ਪਿਤਾ ਨੂੰ ਡੋਬ ਨਾ ਦੇ, ਉਹਨਾਂ ਨੇ ਆਪਣੇ ਚਰਨ ਟੋਕਰੀ ਤੋਂ ਬਾਹਰ ਕੱਢੇ ਤੇ ਜਮਨਾ ਸਪਰਸ਼ ਕਰਕੇ ਨੀਵੀਂ ਹੋ ਕੇ ਚੱਲਣ ਲੱਗ ਪਈ। ਵਾਸੁਦੇਵ ਜੀ ਜਮਨਾ ਤੋਂ ਪਾਰ ਗਏ, ਨੰਦ ਗਵਾਲੇ ਦੇ ਘਰ ਪਹੁੰਚੇ। ਦੇਵਨੇਤ ਨਾਲ ਉਸੇ ਰਾਤ ਉਹਦੇ ਘਰ ਲੜਕੀ ਨੇ ਜਨਮ ਲਿਆ। ਸੋ ਇਸ ਤਰ੍ਹਾਂ ਇਹਨਾਂ ਮਿੱਤਰਾਂ ਨੇ ਇਹ ਵਟਾਂਦਰਾ ਕੀਤਾ। ਕ੍ਰਿਸ਼ਨ ਜੀ ਨੂੰ ਨੰਦ ਗਵਾਲੇ ਦੇ ਘਰ ਵਾਸੁਦੇਵ ਜੀ ਛੱਡ ਆਏ ਤੇ ਉਹਦੀ ਲੜਕੀ ਨੂੰ ਟੋਕਰੇ ਵਿੱਚ ਪਾ ਕੇ ਵਾਪਸ ਲੈ। ਫਿਰ ਉਸੇ ਤਰ੍ਹਾਂ ਜੰਦਰੇ ਲੱਗ ਗਏ, ਸਭ ਕੁਝ। ਸਿਪਾਹੀਆਂ ਨੇ ਸਵੇਰੇ ਕੰਸ ਨੂੰ ਦੱਸਿਆ ਕਿ ਤੇਰੀ ਭੈਣ ਦੇ ਘਰ ਲੜਕੀ ਨੇ ਜਨਮ ਲਿਆ। ਕਹਿੰਦੇ ਨੇ ਉਸ ਜ਼ਾਲਮ ਨੇ ਲੜਕੀ ਨੂੰ ਮੰਗਵਾਇਆ ਤੇ ਧੋਬੀ ਦੇ ਪਟੜੇ ਉੱਤੇ ਪਟਕਾ ਕੇ ਮਾਰੇ ਤੇ ਉਹ ਬਿਜਲੀ ਬਣ ਗਈ। ਤੇ ਉਸ ਨੇ ਗਾਇਬੀ ਆਵਾਜ਼ ਵਿੱਚ ਕਿਹਾ, ਮੈਨੂੰ ਤੇ ਤੂੰ ਪਾਪੀਆ ਮਾਰਿਆ ਹੈ, ਪਰ ਤੇਰੇ ਮਾਰਨ ਵਾਲਾ ਜਿਹੜਾ ਉਹ ਜਮਨਾ ਪਾਰ ਪਲ ਰਿਹਾ ਹੈ। ਇਹ ਗਾਥਾ ਅਸੀਂ ਬਚਪਨ ਤੋਂ ਸੁਣਦੇ ਆਏ। ਫਿਰ ਸ਼੍ਰੀ ਕ੍ਰਿਸ਼ਨ ਜੀ 12 ਸਾਲ ਨੰਦ ਗਵਾਲੇ ਦੇ ਘਰ ਯਸ਼ੋਦਾ ਦੀ ਗੋਦ ਵਿੱਚ ਉਹਦੇ ਕੋਲ ਪਲੇ ਤੇ ਵੱਡੇ ਹੋ ਕੇ ਫਿਰ ਉਹਨਾਂ ਨੇ ਕੰਸ ਨੂੰ ਮਾਰਿਆ। ਹੁਣ ਭਗਤ ਕਬੀਰ ਜੀ ਉਸ ਸ਼ਰਧਾਲੂ ਦਾ ਸ਼ੰਕਾ ਨਿਵਰਤ ਕਰਦੇ ਔਰ ਆਪਣਾ ਸਿਧਾਂਤ ਪ੍ਰਗਟ ਕਰਦੇ। ਕਹਿੰਦੇ, हे ਭਗਤ ਜੀ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਤੁਸੀਂ ਜੋ ਕਹਿੰਦੇ ਹੋ ਕਿ ਸ਼੍ਰੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਸਨ, ਫਿਰ ਇਹ ਦੱਸੋ ਨੰਦ ਕਿਹਦਾ ਪੁੱਤਰ ਸੀਗਾ, ਉਹਦਾ ਪਿਤਾ ਕੌਣ ਸੀ? ਬੜੀ ਲੌਜਿਕ ਵਾਲੀ, ਦਲੀਲ ਵਾਲੀ ਗੱਲ ਹੈ। ਅਖਰੀ ਅਰਥਾਂ ਵੱਲ ਵੀ ਧਿਆਨ ਰੱਖੋ। ਤੇ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਸ਼ੰਕੇ ਦੀ ਨਿਵਰਤੀ ਕੀਤੀ, ਉਹਦਾ ਵੀ ਧਿਆਨ ਰੱਖੋ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਪਹਿਲਾਂ ਇਹ ਨਿਰਣਾ ਕਰੋ, ਤੁਸੀਂ ਜੋ ਕਹਿੰਦੇ ਹੋ ਕਿ ਕ੍ਰਿਸ਼ਨ ਜੀ ਨੰਦ ਦੇ ਨੰਦਨ ਹਨ, ਫਿਰ ਇਹ ਵੀ ਦੱਸੋ ਕਿ ਨੰਦ ਦਾ ਪਿਤਾ ਕੌਣ ਸੀ? ਧਰਨੇ ਆਕਾਸ਼ ਦੱਸੋ ਦਿਸ ਨਾਹੀ। ਜਦੋਂ ਨਾ ਧਰਤੀ ਸੀ ਨਾ ਆਕਾਸ਼ ਸੀ, ਨਾ ਇਹ ਦੱਸੋ ਦਿਸ਼ਾਵਾਂ ਸਨ, ਤਬ ਇਹ ਨੰਦ ਕਹਾਂ ਥੋਰੇ। ਉਦੋਂ ਇਹ ਨੰਦ ਕਿੱਥੇ ਸੀ? ਦੇਖੋ, ਭਗਤ ਜੀ ਨੂੰ ਅਨੁਭਵ ਹੈ। ਉਹ ਜਿਸ ਰਾਮ ਨੂੰ ਮੰਨਦੇ ਹਨ, ਜਿਸ ਦਾ ਸਿਮਰਨ ਕਰਦੇ ਹਨ, ਉਹਦੀ ਵਿਆਖਿਆ ਵੀ ਦੱਸਦੇ ਹਨ। ਭਾਈ, ਉਹ ਰਾਮ ਕਿਹੜਾ ਹੈ? ਉਹ ਦਸ਼ਰਥ ਜੀ ਦੇ ਬੇਟੇ ਰਾਮ ਦੀ ਗੱਲ ਨਹੀਂ ਕਰ। ਉਹ ਕਹਿੰਦੇ 184 ਜੀ ਜੋਨ ਮੈਂ, 84 ਲੱਖ ਜੂਨੀਆਂ ਵਿੱਚ ਨੰਦ ਭਟਕਦਾ ਰਿਹਾ ਅਤੇ ਉਸ ਦੀ ਕੀਤੀ ਹੋਈ ਭਗਤੀ ਦੇ ਕਾਰਨ 184 ਜੀ ਜੋਨ ਮੈਂ ਭ੍ਰਮਤ ਨੰਦ ਬਹੁਥਾ ਕੋਰੇ। ਭਗਤ ਹੇਤ ਅਵਤਾਰ ਲਿਓ ਹੈ, ਭਾਗ ਬੜੋ ਬਪੁਰਾ ਕੋਰੇ। ਆਖਿਆ ਉਹ ਨੰਦ
ਦੇ ਭਾਗ ਵੱਡੇ ਸਨ। ਉਹਨੇ ਭਗਤੀ ਕੀਤੀ ਸੀ ਔਰ ਉਸ ਭਗਤੀ ਦੇ ਕਾਰਨ ਉਹਦੇ ਘਰ ਸ਼੍ਰੀ ਕ੍ਰਿਸ਼ਨ ਜੀ 12 ਸਾਲ ਤੀਕਰ ਉੱਥੇ ਪਰਵਰਿਸ਼ ਪਾਈ। ਹੁਣ ਇਹ ਗੱਲ ਬੜੀ ਸਪਸ਼ਟ ਵੀ ਹੈ ਤੇ ਸਾਨੂੰ ਇਤਿਹਾਸਕ ਤੌਰ ਤੇ ਸਮਝ ਲੈਣੀ ਚਾਹੀਦੀ। ਭਗਤ ਜੀ ਨੇ ਉਸ ਦਾ ਭੁਲੇਖਾ ਵੀ ਦੂਰ ਕੀਤਾ, ਕਿਉਂਕਿ ਗੁਰਬਾਣੀ ਤੇ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ। ਜਿਹੜੇ ਲੋਕ ਕਹਿੰਦੇ ਨੇ ਕਿ ਰੱਬ ਫਲਾਣੀ ਥਾਂ ਜੰਮਿਆ ਫਲਾਣੀ ਥਾਂ, ਬਾਣੀ ਤੇ ਕਹਿੰਦੀ ਹੈ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਜਿਹੜੀ ਜ਼ਬਾਨ, ਜਿਹੜਾ ਮੂੰਹ ਇਹ ਕਹਿੰਦਾ ਕਿ ਰੱਬ ਫਲਾਣੇ ਘਰ ਪੁੱਤਰ ਬਣ ਕੇ ਜੰਮਿਆ, ਉਹ ਜ਼ਬਾਨ ਸੜ ਜਾਏ, ਕਿਉਂਕਿ ਪਰਮਾਤਮਾ ਤੇ ਇਸ ਤਰ੍ਹਾਂ ਪੈਦਾ ਨਹੀਂ ਹੁੰਦਾ। ਉਹਦਾ ਤੇ ਨਾ ਕੋਈ ਮਾਂ ਹੈ ਨਾ ਪਿਓ ਹੈ, ਉਹ ਤੇ ਸਹਿਬੰਗ। ਉਹ ਸਾਰਾ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੇ ਵਿਸਥਾਰ ਨਾਲ ਲਿਖਿਆ ਕਿ ਜਿਹੜੇ ਲੋਕ ਇਹਨਾਂ ਭਰਮਾਂ ਵਿੱਚ ਪਏ ਹੋਏ ਨੇ ਉਹ ਬੜੇ ਭੁਲੇਖੇ ਵਿੱਚ। ਰਾਮ ਜਿਹੜਾ ਰਮਿਆ ਹੋਇਆ, ਸਾਰੇ ਸੰਸਾਰ ਦਾ ਹਰਤਾ ਕਰਦਾ, ਉਹ ਕਦੇ ਕਿਸੇ ਜੂਨੀ ਵਿੱਚ ਨਹੀਂ ਹੁੰਦਾ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮੂਲ ਮੰਤਰ ਪੜ੍ਹਦੇ, ਇਹ ਵੱਖਰੀ ਗੱਲ ਹੈ ਕਿ ਅਸੀਂ ਪੜ੍ਹੀ ਜਾਂਦੇ ਹਾਂ, ਵਿਚਾਰ ਨਹੀਂ ਕਰਦੇ। ਉਹਦੇ ਵਿੱਚ ਮਹਾਰਾਜ ਨੇ ਸਾਰਾ ਕੁਝ ਸਪਸ਼ਟ ਕੀਤਾ। ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿਬੰਗ ਸੁਤੇ ਪ੍ਰਕਾਸ਼। ਪਰ ਉਹਦੀ ਸੋਝੀ ਗੁਰੂ ਦੀ ਕਿਰਪਾ ਦੁਆਰਾ। ਤੋ ਭਗਤ ਕਬੀਰ ਜੀ ਨੇ ਇਸ ਸ਼ਬਦ ਦੇ ਰਾਹੀਂ ਇਹ ਸਾਰਾ ਭਰਮ ਦੂਰ ਕਰ ਦਿੱਤਾ। ਆਖਿਆ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਤੁਸੀਂ ਜੋ ਕਹਿੰਦੇ ਹੋ ਕਿ ਸ਼੍ਰੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਹਨ, ਫਿਰ ਇਹ ਵੀ ਦੱਸੋ ਨੰਦ ਕਿਹਦਾ ਪੁੱਤਰ ਹੈ? ਨੰਦ ਦੇ ਪਿਤਾ ਦਾ ਨਾਮ ਦੱਸੋ। ਪਰ ਜਿਹੜਾ ਉਹ ਪਰਮਾਤਮਾ ਜਿਸ ਦਾ ਮੈਂ ਸਿਮਰਨ ਕਰਦਾ, ਧਰਨੇ ਆਕਾਸ਼ ਦੱਸੋ ਜਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਜਦੋਂ ਧਰਤੀ ਵੀ ਨਹੀਂ ਸੀ, ਆਕਾਸ਼ ਵੀ ਨਹੀਂ ਸੀ, ਦਸੋ ਦਿਸ਼ਾਵਾਂ ਵੀ ਨਹੀਂ ਸਨ, ਉਦੋਂ ਇਹ ਨੰਦ ਕਿੱਥੇ ਸੀ? ਇਹ ਠੀਕ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਸਮੇਂ-ਸਮੇਂ ਇਹੋ ਜਿਹੇ ਅਵਸਰ ਮਿਲਦੇ ਹਨ, ਪਰ ਇਹ ਤਾਂ ਪਰਮਾਤਮਾ ਦੀ ਖੇਡ ਪਰਮਾਤਮਾ ਹੀ ਜਾਣਦਾ। ਇਹ ਠੀਕ ਹੈ ਕਿ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਲਿਖਿਆ, ਅਸੀਂ ਸਭ ਕੁਝ ਸੁਣਦੇ ਪੜ੍ਹਦੇ ਹਾਂ ਕਿ ਨੰਦ ਜੀ ਨੇ, ਉਹਨਾਂ ਦੀ ਪਤਨੀ ਯਸ਼ੋਦਾ ਨੇ ਪਿਛਲੇ ਜਨਮ ਵਿੱਚ ਤਪ ਕੀਤਾ, ਬੰਦਗੀ ਕੀਤੀ, ਔਰ ਉਸ ਬੰਦਗੀ ਦੇ ਫਲ ਸਰੂਪ 184 ਜੀ ਜੋਨ ਮੈਂ ਭ੍ਰਮਤ ਨੰਦ ਬਹੁ ਠਾਕੁਰੇ, ਭਗਤ ਹੇਤ ਅਵਤਾਰ ਲਿਓ ਹੈ। ਹੁਣ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ। ਭਗਤੀ ਦੇ ਕਾਰਨ ਉਸ ਰਾਜਾ ਵੀਰ ਸਿੰਘ ਤੇ ਉਹਦੀ ਪਤਨੀ ਦੇ ਭਗਤੀ ਕਰਨ ਕਰਕੇ ਉਹਦੇ ਘਰ ਸ਼੍ਰੀ ਕ੍ਰਿਸ਼ਨ ਜੀ ਇੰਨਾ ਸਮਾਂ ਰਹੇ। ਭਗਤ ਹੇਤ ਅਵਤਾਰ ਲਿਓ ਹੈ, ਭਾਗ ਬੜੋ ਬਪੁਰਾ ਕੋਰੇ। ਵਿਚਾਰੇ ਨੰਦ ਜੀ ਦੇ ਵੱਡੇ ਭਾਗ ਸਨ। ਉਹਨਾਂ ਨੇ ਤਪੱਸਿਆ ਕੀਤੀ, ਉਹਨਾਂ ਦੀ ਬੰਦਗੀ ਤੇ ਭਗਤੀ ਤੇ ਖੁਸ਼ ਹੋ ਕੇ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਘਰ ਰਹੇ। ਇਸੇ ਲਈ ਬੜੇ ਅਦਬ ਦੇ ਨਾਲ ਨੰਦ ਗਵਾਲਾ ਜੀ ਦਾ ਨਾਮ ਲਿਆ ਜਾਂਦਾ ਹੈ।
ਉਹਨਾਂ ਦੀ ਪਤਨੀ ਮਾਤਾ ਯਸ਼ੋਦਾ ਜੀ ਦਾ ਨਾਮ ਲਿਆ ਜਾਂਦਾ ਹੈ। ਸਾਨੂੰ ਇਸ 'ਤੇ ਕੋਈ ਕਿਸੇ ਤਰ੍ਹਾਂ ਦਾ ਕਿੰਤੂ ਨਹੀਂ, ਇਹ ਤਾਂ ਗੱਲਾਂ ਇਤਿਹਾਸਕ ਨੇ। ਪਰ ਭਾਈ ਉਸ ਸ਼ਰਧਾਲੂ ਦਾ ਜੋ ਭੁਲੇਖਾ ਸੀ ਉਹਨੂੰ ਭਗਤ ਕਬੀਰ ਜੀ ਨੇ ਦੂਰ ਕਰ ਦਿੱਤਾ, ਸਾਡਾ ਸਾਰਿਆਂ ਦਾ ਦੂਰ ਕੀਤਾ। ਆਖਿਆ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾ ਕੋਰੇ। ਆਖਿਆ ਉਹ ਪਰਮਾਤਮਾ ਜਿਸ ਦਾ ਮੈਂ ਸਿਮਰਨ ਕਰਦਾ, ਜਿਹਦਾ ਨਾਮ ਨਿਰੰਜਨ ਹੈ, ਜੋ ਨਿਰਅੰਜਨ ਹੈ, ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ, ਉਹ ਕਦੇ ਵੀ ਮਾਤਾ ਦੇ ਘਰ ਵਿੱਚ ਨਹੀਂ ਆਉਂਦਾ, ਉਹ ਕਦੇ ਜੂਨੀਆਂ ਵਿੱਚ ਨਹੀਂ ਪੈਂਦਾ। ਸੰਕਟ ਨਹੀਂ ਪਰੈ ਜੋਨ ਨਹੀਂ ਆਵੇ, ਸੰਕਟ ਦੇ ਟੈਂਕੇ ਨੂੰ ਸਿਆਰੀ, ਉਹ ਕਦੇ ਇਸ ਤਰ੍ਹਾਂ ਦੀ ਸਥਿਤੀ ਵਿੱਚ ਨਹੀਂ ਆਉਂਦਾ, ਉਹ ਕਦੇ ਜੂਨੀਆਂ ਵਿੱਚ ਨਹੀਂ ਆਉਂਦਾ। ਨਾਮ ਨਿਰੰਜਨ ਜਾ ਕੋਰੇ, ਜਿਸ ਦਾ ਨਾਮ ਨਿਰੰਜਨ ਹੈ। ਬਾਣੀ 'ਚ ਜਗ੍ਹਾ ਜਗ੍ਹਾ ਆਉਂਦਾ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਭਾਈ ਕਬੀਰ ਜੀ ਨੇ ਸਪਸ਼ਟ ਕੀਤਾ, ਮੈਂ ਤੇ ਉਸ ਨਿਰੰਜਨ ਨੂੰ ਜਪਦਾ ਹਾਂ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨ ਬਾਪੋਰੇ। ਕਬੀਰ ਜੀ ਨੇ ਕਿਹਾ ਮੇਰਾ ਮਾਲਕ ਇਹੋ ਜਿਹਾ ਠਾਕੁਰ ਹੈ, ਜਾ ਕੇ ਮਾਈ ਨ ਬਾਪੋਰੇ, ਜਿਹਦੀ ਨਾ ਮਾਂ ਹੈ ਨਾ ਪਿਓ, ਜਿਹੜਾ ਸਹਿਭੰਗ ਹੈ, ਜਿਹੜਾ ਸੁਤੇ ਪ੍ਰਕਾਸ਼ ਹੈ, ਜਿਸ ਬਾਰੇ ਜਪਜੀ ਸਾਹਿਬ ਸਪਸ਼ਟ ਲਿਖਿਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਓ। ਸਾਧ ਸੰਗਤ, ਇਹ ਗੱਲ ਕਹਿਣ ਲੱਗਿਆ ਮੈਨੂੰ ਸੰਕੋਚ ਨਹੀਂ, ਬਚਪਨ ਤੋਂ ਬੜੀ ਵਾਰੀ ਪਾਠ ਕੀਤਾ, ਬੜੀ ਵਾਰੀ ਭਗਤ ਬਾਣੀ ਪੜ੍ਹੀ, ਬੜੀ ਵਾਰੀ ਭਗਤ ਬਾਣੀ ਦੀ ਕਥਾ ਵੀ ਕੀਤੀ, ਪਰ ਜੋ ਗੱਲਾਂ ਹੁਣ ਸਮਝ ਵਿੱਚ ਆ ਰਹੀਆਂ, ਇਹ ਵਿਚਾਰ ਤੋਂ ਬਿਨਾਂ ਸਮਝ ਨਹੀਂ ਆਉਂਦੀ। ਇਸ ਲਈ ਮੈਂ ਚੜ੍ਹਦੀ ਕਲਾ ਟਾਈਮ TV ਲਈ ਹਮੇਸ਼ਾ ਅਰਦਾਸ ਕਰਦਾ, ਜਿਨ੍ਹਾਂ ਦੇ ਇਸ ਉਪਰਾਲੇ ਸਦਕਾ ਸਾਨੂੰ ਇਸ ਖਜ਼ਾਨੇ ਨੂੰ ਵਿਚਾਰਨ ਦਾ ਅਵਸਰ ਮਿਲਿਆ ਔਰ ਸੰਗਤਾਂ ਨਾਲ ਸਾਂਝ ਪਾਉਣ ਦਾ ਵੀ ਅਵਸਰ ਮਿਲਿਆ। ਤਾਂ ਬੜੇ ਧਿਆਨ ਨਾਲ ਸ਼ਬਦ ਪੜ੍ਹੋ, ਵਿਚਾਰ ਕਰੋ। 184 ਜੀ ਜੋਨ ਮੈਂ ਭ੍ਰਮਤ ਨੰਦ ਬਹੁ ਠਾਕੁਰੇ, ਭਗਤ ਹੇਤ ਅਵਤਾਰ ਲਿਓ ਹੈ, ਭਾਗ ਬੜੋ ਬਪੁਰਾ ਕੋਰੇ। तुम जो कहत हो नंद को नंदन, नंद सो नंदन का कोरे, तरने आकाश दसो धिस नाही, तब ए नंद कहाँ तोरे। रहाओ संकट नहीं परे जोन नहीं आवे, नाम निरंजन जाको रे। कबीर को स्वामी ऐसो ठाकुर, जाके माई न बापोरे। वाहिगुरु जी का खालसा, वाहिगुरु जी की फतेह।